ਪੰਜਾਬ ਵਿੱਚ ਸਥਾਪਿਤ ਹੋਣ ਲਈ ਕਿਉਂਕਿ ਬੀਜੇਪੀ ਸਿਰਫ ਸ਼ਹਿਰਾਂ ਤੱਕ ਸਿਮਟੀ ਹੋਈ ਸੀ। ਪੰਜਾਬ ਦੇ ਪਿੰਡਾਂ 'ਚ ਕੋਈ ਆਧਾਰ ਨਹੀਂ ਹੈ। ਕੀ ਪਲਾਨ ਹੈ ਤੁਹਾਡੀ ਪਾਰਟੀ ਦਾ? देखो ਇਹਦਾ ਚ ਕੋਈ ਸ਼ੱਕ ਨਹੀਂ ਜਿਹੜੀ ਤੁਸੀਂ ਗੱਲ ਕਹਿਣੀ ਚਾਹ ਰਹੇ ਹੋ ਕਿ ਸਾਡਾ 22 ਸਾਲ ਦਾ ਜਿਹੜਾ ਆਪਸੀ ਗਠਬੰਧਨ ਸੀ ਔਰ ਗਠਬੰਧਨ 9 ਮਾਸ ਦਾ ਰਿਸ਼ਤਾ ਸੀ ਕਹਿੰਦੇ ਸੀ ਔਰ ਅਸੀਂ ਆਪਣਾ ਗਠਬੰਧਨ ਧਰਮ ਵੀ ਨਿਭਾਇਆ। ਤੁਹਾਡੇ ਮੀਡੀਆ ਵੱਲੋਂ ਵੀ ਬਾਰ-ਬਾਰ ਸਾਨੂੰ ਐਸੀਆਂ ਗੱਲਾਂ ਕਹੀਆਂ ਜਾਂਦੀਆਂ ਸੀ ਕਿ ਦੇਖੋ ਤੁਸੀਂ ਅਕਾਲੀ ਦਲ ਦੇ ਮੋਹਰੇ ਕਰਕੇ ਬੈਠੇ ਹੋ ਜਾਂ ਅਕਾਲੀ ਦਲ ਤੁਹਾਡੇ ਨਾਲ ਜਾਤੀ ਕਈ ਵਾਰੀ ਹੋਇਆ, ਹਾਲਾਤ ਵੀ ਐਸੇ ਹੋਏ ਤੇ ਸਾਨੂੰ ਬਾਰ-ਬਾਰ ਇਹ ਪੁੱਛਦੇ ਸੀ, ਸਵਾਲ ਵੀ ਇਹ ਕਰਦੇ ਸੀ ਕਿ ਤੁਹਾਡਾ ਗਠਬੰਧਨ ਚੱਲੇਗਾ ਕਿ ਨਹੀਂ ਚੱਲੇਗਾ। ਪਰ ਅਸੀਂ ਇਹ ਕਹਿ ਰਹੇ ਸੀ ਕਿ ਸਾਡਾ ਗਠਬੰਧਨ ਧਰਮ ਜਿਹੜਾ ਹੈ ਨਿਭਾਉਣਾ ਸਾਡਾ ਫਰਜ਼ ਹੈ ਔਰ ਅਸੀਂ ਉਸ ਨੂੰ ਨਿਭਾਇਆ ਵੀ। ਔਰ ਜਿਹੜਾ ਗਠਬੰਧਨ ਤੋੜਨ ਦਾ ਜਿਹੜਾ ਇਹ ਸ਼੍ਰੇਅ ਆ ਜਾਂ ਕਹਿ ਲਈਏ ਜਾਂ ਇਹਦੇ ਕਸੂਰਵਾਰ ਕਹਿ ਲਈਏ ਤਾਂ ਅਕਾਲੀ ਦਲ ਆ, ਅਸੀਂ ਨਹੀਂ ਆ। ਅਸੀਂ ਤਾਂ ਹਰ ਤਰ੍ਹਾਂ ਦਾ ਵੀ ਸੈਕਰੀਫਾਈ ਕਰਨ ਦੀ ਕੋਸ਼ਿਸ਼ ਕੀਤੀ। 2 ਦਿਨ ਪਹਿਲਾਂ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰੈਜ਼ੀਡੈਂਟ ਸੁਖਬੀਰ ਸਿੰਘ ਬਾਦਲ ਹੈ ਉਹਨਾਂ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਔਰ ਉਹਨਾਂ ਦਾ ਕਹਿਣਾ ਸੀ ਕਿ ਜਿਹੜਾ ਐਨਡੀਏ ਹੈ ਉਹ ਪਹਿਲੇ ਵਾਲਾ ਐਨਡੀਏ ਨਹੀਂ ਰਿਹਾ। ਵਾਜਪਾਈ ਜੀ ਵੇਲੇ ਜਿਹੜਾ ਐਨਡੀਏ ਸੀ ਜਾਂ ਐਲਕੇ ਅਡਵਾਨੀ ਹੁੰਦੇ ਸੀ, ਉਹਨਾਂ ਦਾ ਕਹਿਣਾ ਕਿ ਐਨਡੀਏ ਹੁਣ ਬਦਲ ਚੁੱਕਿਆ ਹੈ। ਹੁਣ ਸਿਰਫ ਉੱਥੇ ਪ੍ਰਾਈਮ ਮਿਨਿਸਟਰ ਔਰ ਅਮਿਤ ਸ਼ਾਹ ਜਿਹੜੇ ਹੈ ਉਹਨਾਂ ਦੀ ਸੁਣੀ ਜਾਂਦੀ ਹੈ। ਜਿਹੜੇ ਵੱਡੀਆਂ ਪਾਰਟੀਆਂ ਨਾਲ ਹੁੰਦੀਆਂ ਸੀ ਉਹ ਸਾਰੀਆਂ ਛੱਡ ਕੇ ਜਾ ਚੁੱਕੀਆਂ। ਐਸਾ ਕਿਤੇ ਨਹੀਂ ਹੈ ਕਿ ਵੀ ਐਨਡੀਓ ਨਹੀਂ। ਹਾਂ, ਲੋਕਾਂ ਦੀਆਂ ਆਸ਼ਾਵਾਂ ਇੱਛਾਵਾਂ ਵੱਧ ਗਈਆਂ। ਮਹਾਰਾਸ਼ਟਰ 'ਚ ਵੀ ਦੇਖ ਲਈਏ ਜਾਂ ਪੰਜਾਬ 'ਚ ਵੀ ਦੇਖ ਲਈਏ ਕਿ ਹਰ ਕੰਮ ਸਾਡੇ ਅਨੁਸਾਰ ਹੀ ਹੋਵੇ ਔਰ ਬਾਕੀਆਂ ਦਾ ਨਾ ਹੋਵੇ, ਉਹ ਠੀਕ ਨਹੀਂ ਹੈ। ਔਰ ਇਹਦੇ 'ਚ ਸ਼ਿਵ ਸੈਨਾ ਵੀ ਇਸੇ ਕਰਕੇ ਗਈ, ਜਦ ਕਿ ਅਸੀਂ ਸਰਕਾਰ 'ਚ ਸੀ ਫਿਰ ਵੀ ਅਸੀਂ ਉਹਨਾਂ ਨੂੰ 50-50 ਤੇ ਕੀਤਾ ਸੀ, ਜਦ ਕਿ ਅਸੀਂ 50 ਤੋਂ ਜ਼ਿਆਦਾ ਜਿੱਤ ਚੁੱਕੇ ਸੀ। ਇਹ ਗਠਬੰਧਨ ਧਰਮ ਨਿਭਾਉਣ ਦੀ ਗੱਲ ਕਰਦੇ ਹਾਂ। ਔਰ ਇਸੇ ਤਰ੍ਹਾਂ ਹੀ ਇੱਥੇ ਵੀ ਅਸੀਂ ਗਠਬੰਧਨ ਦੇ ਵਿੱਚ ਅਸੀਂ ਸਾਡਾ ਆਧਾਰ ਵਧਿਆ ਵੀ ਆ। ਤੁਸੀਂ ਜਾਣਦੇ ਵੀ ਹੋ ਕੇਂਦਰ ਸਰਕਾਰ ਹੈ, ਹਿੰਦੁਸਤਾਨ ਦੀ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਫਿਰ ਵੀ ਅਸੀਂ ਗਠਬੰਧਨ ਧਰਮ ਨਿਭਾਉਣ ਲਈ 23 ਸੀਟਾਂ ਹੀ ਲੜਦੇ ਸੀ। ਤੇ ਇਹਦਾ ਮਤਲਬ ਅਸੀਂ ਸੈਕਰੀਫਾਈ ਕਰਦੇ ਸੀ। ਪਰ ਤੁਸੀਂ ਸੈਕਰੀਫਾਈ ਨੂੰ ਗੁਲਾਮੀ ਵੱਲ ਨੂੰ ਨਾ ਲਿਜਾਓ। ਖੈਰ ਸ਼ਾਵਾਂ ਤੇ ਬੀਜੇਪੀ ਦੀਆਂ ਬਹੁਤ ਵੱਡੀਆਂ ਹੋ ਗਈਆਂ ਕਿਉਂਕਿ 23 ਸੀਟਾਂ ਤੇ ਲੜਦੇ ਸੀ, ਲੇਕਿਨ ਬਾਰ-ਬਾਰ ਬੀਜੇਪੀ ਦੇ ਸੀਨੀਅਰ ਨੇਤਾ ਜਿਹੜੇ ਆ ਉਹ ਇੱਕ ਕਹਿ ਰਹੇ ਸੀ ਜਾਂ ਤੇ 50-50 ਫਾਰਮੂਲਾ ਹੋਵੇ ਜਾਂ ਅਸੀਂ ਸਾਰੀਆਂ ਸੀਟਾਂ ਤੇ ਲੜਾਂਗੇ। ਤਾਂ ਤਿਆਰੀ ਤੇ ਚੱਲ ਹੀ ਰਹੀ ਸੀ। ਚਲੋ ਹੁਣ ਤਾਂ ਗੱਲ ਖਤਮ ਹੋ ਗਈ, ਹੁਣ ਤਾਂ 117 ਹੀ ਲੜਨੀ ਹੈ। ਹੁਣ ਤਾਂ ਕੋਈ ਦੂਸਰਾ ਵਿਸ਼ਾ ਹੀ ਨਹੀਂ ਰਹਿ ਗਿਆ, ਹੁਣ ਤਾਂ 117 ਹੀ ਲੜਾਂਗੇ। ਸੁਖਬੀਰ ਸਿੰਘ ਬਾਦਲ ਨੇ ਇਹ ਵੀ ਕਿਹਾ ਸਾਡੇ ਨਾਲ ਇੰਟਰਵਿਊ ਵਿੱਚ ਕਿ ਜਿਹੜਾ ਬੀਜੇਪੀ ਜਿਹੜੀ ਕਮਿਊਨਲ ਪਾਰਟੀ ਹੈ, ਪਹਿਲਾਂ ਉਹਨਾਂ ਨੇ ਹਿੰਦੂ ਮੁਸਲਿਮ ਨੂੰ ਲੜਾਇਆ, ਹੁਣ ਪੰਜਾਬ ਦੇ ਵਿੱਚ ਸਿੱਖ ਤੇ ਹਿੰਦੂਆਂ ਨੂੰ ਲੜਾਣਗੇ ਔਰ ਦਲਿਤ ਨੂੰ ਕਿਸਾਨ ਨਾਲ ਲੜਾਣਗੇ। ਦੇਖੋ ਅਸੀਂ ਇਹ ਇਲਜ਼ਾਮ ਉਹ ਸਾਡੇ ਤੇ ਨਹੀਂ ਲਾ ਸਕਦੇ। ਅੱਜ ਬਰਗਾੜੀ ਦਾ ਮਾਮਲਾ ਅਸੀਂ ਨਹੀਂ ਕੀਤਾ ਸੀ। ਬਰਗਾੜੀ ਦੇ ਵਿੱਚ ਸਿੱਖ ਔਰ ਸਿੱਖ ਆਪਸ ਵਿੱਚ ਸਾਹਮਣੇ ਆਏ, ਅਸੀਂ ਤਾਂ ਨਹੀਂ ਕੀਤਾ ਸੀ। ਅੱਜ ਐਸਜੀਪੀਸੀ ਦਾ ਮਾਮਲਾ ਜਿਹੜਾ ਹੈ ਅੰਮ੍ਰਿਤਸਰ ਦੇ ਵਿੱਚ ਬੜਾ ਰੌਲਾ ਪੈਣ ਡਿਆ। 3 ਦਿਨ ਪਹਿਲਾਂ ਜਿਹੜਾ ਤੁਸੀਂ ਦੇਖਿਆ ਕਿਸ ਤਰ੍ਹਾਂ ਹੋਇਆ, ਕੱਲ ਕਿੱਦਾਂ ਇੱਕ ਦੂਸਰੇ ਨੇ ਕਿਰਪਾਨਾਂ ਨਾਲ ਹਮਲੇ ਕੀਤੇ ਆਪਸ ਵਿੱਚ ਹੋਏ। ਉਹਦੇ ਸਾਡਾ ਕਿੱਥੇ? ਅਸੀਂ ਤਾਂ ਹਮੇਸ਼ਾ ਜਦੋਂ ਵੀ ਅਕਾਲੀ ਦਲ ਦੇ ਵਿੱਚ ਤੋੜ ਹੋਇਆ, ਚਾਹੇ ਟੌੜਾ ਸਾਹਿਬ ਦੀ ਬਹੁਤ ਵੱਡੀ ਮਿਸਾਲ ਹੈ, ਜਦੋਂ ਉਹਨਾਂ ਨੇ ਅਕਾਲੀ ਦਲ ਨੂੰ ਛੱਡਿਆ ਔਰ ਉਹਨੇ ਪੂਰਾ ਬੀਜੇਪੀ ਨੂੰ ਕਿਹਾ ਸੀ ਕਿ ਅਸੀਂ ਇਹਦੇ ਨਾਲ ਸਾਡੇ ਨਾਲ ਆਓ ਔਰ ਅਸੀਂ ਸਰਕਾਰ ਤੁਹਾਡੀ ਬਣਾਵਾਂਗੇ, ਪਰ ਬੀਜੇਪੀ ਨੇ ਉਸ ਚੀਜ਼ ਨੂੰ ਸਵੀਕਾਰ ਕੀਤਾ ਔਰ ਇਸ ਕਰਕੇ ਮਨਜ਼ੂਰ ਕੀਤਾ ਕਿ ਸਾਡਾ ਜਿਹੜਾ ਅਲਾਇੰਸ ਹੈ ਮਜ਼ਬੂਤ ਅਲਾਇੰਸ ਹੈ ਔਰ ਅਸੀਂ ਆਪਣਾ ਗਠਬੰਧਨ ਧਰਮ ਨਿਭਾਉਣਾ ਹੈ। ਇਸ ਨਿਭਾਉਂਦੇ ਹੋਏ ਇਹ ਸਾਰੀ ਪ੍ਰਕਿਰਿਆ ਕੀਤੀ। ਖੈਰ ਬਰਗਾੜੀ ਵੇਲੇ ਜ਼ਿੰਮੇਵਾਰੀ ਤਾਂ ਤੁਹਾਡੀ ਵੀ ਬਣਦੀ ਹੈ ਨਾ, ਉਦੋਂ ਸਰਕਾਰ ਤੁਹਾਡੀ ਭਾਈਵਾਲ ਸਰਕਾਰ ਸੀ, ਸ਼ਾਇਦ ਉਦੋਂ ਇਹ ਤੁਸੀਂ ਕਿਹਾ ਹੁੰਦਾ ਤੇ ਉਹਦਾ ਜ਼ਿਆਦਾ ਵੇਟ ਹੁੰਦਾ। ਮੈਂ ਇਸ ਚੀਜ਼ ਦਾ ਜਵਾਬ ਨਹੀਂ ਦਿੱਤਾ ਕਿ ਦੋਸ਼ੀ ਕੌਣ ਹੈ। ਮੈਂ ਤੇ ਇਹ ਕਿਹਾ ਕਿ ਤੁਸੀਂ ਕਿਹਾ ਦੰਗੇ ਕਰਾਉਣ ਦੀ ਗੱਲ ਕੀਤੀ ਆ ਤੇ ਅਸੀਂ ਕਿਤੇ ਵੀ ਨਹੀਂ ਕਰਾਏ। ਅਕਾਲੀਆਂ ਵਾਲਾ ਅਕਾਲੀ ਜੇ ਆਰੋਪ ਲਗਾ ਰਹੇ ਤੇ ਆਰੋਪ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਲਗਾ ਰਹੇ। ਉਹਨਾਂ ਦਾ ਕਹਿਣਾ ਕਿ ਜਿਹੜੀ ਦਲਿਤ ਯਾਤਰਾ ਜਲੰਧਰ ਤੋਂ ਕੱਢੀ ਜਾ ਰਹੀ ਸੀਗੀ, ਅਗਰ ਉਹਨੂੰ ਨਾ ਰੋਕਿਆ ਜਾਂਦਾ ਤੇ ਪੰਜਾਬ ਦੇ ਹਾਲਾਤ ਖਰਾਬ ਕਰਨੇ ਸੀ ਬੀਜੇਪੀ ਨੇ, ਜਿਵੇਂ ਵੈਸਟ ਬੰਗਾਲ 'ਚ ਕੀਤਾ ਜਾ ਰਿਹਾ ਉਹ ਐਕਸਪੈਰੀਮੈਂਟ ਪੰਜਾਬ 'ਚ ਕੀਤਾ ਜਾ ਰਿਹਾ। ਦੇਖੋ ਉਹ ਤਾਂ ਆਪਣੀਆਂ ਗਲਤੀਆਂ ਛੁਪਾ ਰਹੇ ਨੇ। ਜਿਸ ਤਰੀਕੇ ਨਾਲ ਪੰਜਾਬ ਦੀ ਸਕਾਲਰਸ਼ਿਪ ਦਾ ਘੁਟਾਲਾ ਐਡਾ ਬੜਾ ਆਇਆ, ਅਸੀਂ ਉਹਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨੇ ਕਲੀਨ ਚਿੱਟ ਦੇ ਦਿੱਤੀ। ਕਲੀਨ ਚਿੱਟ ਕੇ ਇੱਕ ਫਰਜ਼ੀ ਜੀ ਰਿਪੋਰਟ ਬਣਾ ਕੇ ਕਲੀਨ ਚਿੱਟ ਮੰਨ ਲਓ ਦੇ ਦਿੱਤੀ ਉਹਨੂੰ। ਪਹਿਲਾਂ ਆਪ ਹੀ ਕਲੀਨ ਚਿੱਟ ਦੇ ਦਿੱਤੀ, ਫਿਰ ਉਹਨੂੰ ਕਹਿ ਦਿੱਤਾ ਜਿਹਨੂੰ ਉਹਨੇ ਖੁਦ ਹੀ ਬਹੁਤ ਜੂਨੀਅਰ ਨੂੰ ਚੱਕ ਕੇ ਮੰਨ ਲਓ ਚੀਫ ਸੈਕਟਰੀ ਬਣਾਇਆ। ਤੇ ਉਹਦੇ 'ਚ ਅਸੀਂ ਤਾਂ ਜਦੋਂ ਰਿਪੋਰਟ ਉਹਨਾਂ ਨੂੰ ਸਾਂਭੀ ਗਈ, ਕਿਹਾ ਸੀ ਵੀ ਤੁਸੀਂ ਇਨਕੁਆਇਰੀ ਕਰੋ, ਅਸੀਂ ਉਦੋਂ ਹੀ ਕਹਿ ਦਿੱਤਾ ਸੀ ਕਿ ਰਿਪੋਰਟ 'ਚ ਹੁਣ ਕੁਝ ਨਹੀਂ ਹੋਣਾ।
ਲੇਪਾ ਪੋਤੀ ਹੋਣੀ ਆ, ਉਹਦੇ ਚ ਕੁਝ ਨਹੀਂ ਹੋਣਾ। ਅਸੀਂ ਪਹਿਲਾਂ ਹੀ ਕਹਿ ਦਿੱਤਾ ਸੀ। ਲੇਕਿਨ ਸੀਬੀਆਈ ਜਾਂਚ ਵੀ ਹੋ ਰਹੀ ਹੈ ਉਹਦੇ ਵਿੱਚ। ਕਿੱਥੇ ਕੀਤੀ, ਕਿੱਥੇ ਹੋ ਰਹੀ ਆ? ਅਸੀਂ ਮੰਗ ਕਰ ਰਹੇ ਨਾ, ਇਹ ਕਲੀਨ ਚਿੱਟ ਦੇ ਰਹੇ। ਅਸੀਂ ਤੇ ਕਹਿ ਰਹੇ ਜੇ ਤੁਸੀਂ ਕਲੀਨ ਚਿੱਟ ਦੇ ਰਹੇ ਹੋ ਤੇ ਸੀਬੀਆਈ ਦੀ ਜਾਂਚ ਕਰਾ ਦਿਓ। ਜਦ ਤੁਸੀਂ ਕਰ ਹੀ ਦਿੱਤਾ ਵੀ ਕਿਤੇ ਕੋਈ ਹੈ ਨਹੀਂ, ਤਾਂ ਫਿਰ ਤੁਹਾਨੂੰ ਜਾਂਚ ਕਰਾਉਣ 'ਚ ਕੀ ਪ੍ਰੋਬਲਮ ਆ? ਨਹੀਂ ਕਰਵਾ ਰਹੇ ਨਾ, ਤੁਸੀਂ ਕਹਿਤਾ। ਚਲੋ ਹੁਣ ਕਿਸਾਨਾਂ ਦੀ ਗੱਲ ਕਰਦੇ ਹਾਂ। ਪੰਜਾਬ 'ਚ ਅਜਿਹਾ ਮਾਹੌਲ ਬਣ ਗਿਆ ਕਿ ਬੀਜੇਪੀ ਦੇ ਨੇਤਾ ਆਪਣੇ ਘਰਾਂ 'ਚੋਂ ਨਿਕਲਣ ਵੇਲੇ ਵੀ ਕਈ ਵਾਰ ਸੋਚਦੇ। ਆਪਾਂ ਦੇਖਿਆ ਜਗ੍ਹਾ ਜਗ੍ਹਾ ਤੇ ਉਹਨਾਂ ਦਾ ਘਿਰਾਵ ਹੋ ਰਿਹਾ। ਤੁਹਾਡੇ ਪ੍ਰੈਜ਼ੀਡੈਂਟ ਦੀ ਗੱਡੀ ਤੇ ਅਟੈਕ ਹੋਇਆ, ਉਹ ਹਜੇ ਮਾਮਲਾ ਜਿਹੜਾ ਉਹ ਚੱਲ ਰਿਹਾ। ਔਰ ਇਸ ਮਾਹੌਲ ਦੇ ਵਿੱਚ ਇੱਕ ਯਾਤਰਾ ਕਰਨੀ ਜਿਹੜੀ ਕਿ ਕਈ ਇਲਾਕਿਆਂ 'ਚੋਂ ਨਿਕਲ ਕੇ ਆਉਣਾ ਸੀ ਤੇ ਕਿਸਾਨ ਜਿਹੜੇ ਧਰਨੇ ਤੇ ਬੈਠੇ ਸੀ, ਹੁਣ ਸਰਕਾਰ ਕਿਉਂ ਨਾ ਰੋਕੇ? ਉਹਦੇ ਖੂਨ ਖਰਾਬਾ ਹੋਣਾ ਸੀ। ਕਿਸਾਨ ਤਿਆਰ ਸੀਗੇ ਕਿ ਅਸੀਂ ਬੀਜੇਪੀ ਨੇਤਾ ਜਿਹੜੇ ਆਣ ਕੇ ਘੇਰਾਂਗੇ, ਉਧਰੋਂ ਤੁਹਾਡੇ ਲੋਕ ਆ ਰਹੇ ਸੀ। ਲੱਗਦਾ ਨਹੀਂ ਕਿ ਮਾਹੌਲ ਜਿਹੜਾ ਉਹਨੂੰ ਹੋਰ ਖਰਾਬ ਕਰ ਰਹੀ ਹੈ ਬੀਜੇਪੀ? ਦੇਖੋ ਇਹਦਾ ਆ ਕਿ ਬੰਦੇ ਦਾ ਮਰਡਰ ਹੋ ਜਾਏ, ਉਹਨੂੰ ਕੋਈ ਪੁੱਛਣ ਨਾ ਜਾਵੇ ਔਰ ਪੁਲਿਸ ਦੋਸ਼ੀਆਂ ਦੇ ਨਾਲ ਖੜੀ ਹੋ ਜਾਏ, ਬੰਦੇ ਨੂੰ ਪਿਸ਼ਾਬ ਪੜਾਇਆ ਜਾਵੇ, ਮੀਡੀਆ ਰਾਹੀਂ ਖਬਰਾਂ ਆ ਜਾਣ, ਐਡੇ ਵੱਡੇ ਘੁਟਾਲੇ ਹੋ ਜਾਣ, ਇਹਦਾ ਮਤਲਬ ਦਲਿਤ ਦੀ ਕੋਈ ਗੱਲ ਹੀ ਨਹੀਂ ਕਰ ਸਕਦਾ? ਮੈਨੂੰ ਇਹ ਜਵਾਬ ਦਿਓ ਕਿ ਬੰਦਿਆਂ ਦਾ ਮਰਡਰ ਹੋ ਗਿਆ, ਬੰਦਿਆਂ ਦੇ ਉੱਤੇ ਪਿਸ਼ਾਬ ਪੜਾਇਆ ਗਿਆ, ਜਿਸ ਨੂੰ ਪਿਸ਼ਾਬ ਸ਼ਰਿਆਂ ਪੜਾਇਆ ਉਹ ਜਿੰਦਾ ਕਿੱਦਾਂ ਰਹਿ ਸਕਦਾ? ਉਹ ਮਰਿਆਂ ਵਰਗਾ ਹੀ ਹੋ ਗਿਆ। ਜਿਨ੍ਹਾਂ ਦੇ 8 ਲੱਖ ਬੱਚੇ ਜਿਹੜੇ ਸੀ ਉਹਨਾਂ ਦੇ ਉੱਤੇ ਉਹਨਾਂ ਦੀ ਸਕਾਲਰਸ਼ਿਪ ਦੇ ਨਾ ਹੋਣ ਕਰ ਦੇਣ ਕਰਕੇ, ਉਹਨਾਂ ਦੇ ਘੁਟਾਲਿਆਂ ਕਰਕੇ ਅੱਜ 8 ਲੱਖ ਬੱਚੇ ਦਾ ਜਿਹੜਾ ਭਵਿੱਖ ਹੈ ਉਹ ਹਨੇਰੇ 'ਚ ਚਲਾ ਗਿਆ, ਹਨੇਰਮਈ ਕਰਤਾ। ਉਸ ਵਿਅਕਤੀਆਂ ਦੀ ਕੋਈ ਆਵਾਜ਼ ਹੀ ਨਹੀਂ ਚੁੱਕ ਸਕਦਾ। ਇਹਦਾ ਮਤਲਬ ਇੱਕੋ ਹੀ ਵਿਸ਼ਾ ਹੈ, ਬਾਕੀ ਸਾਰਾ ਸਮਾਜ ਮਾਰ ਦਿਓ। ਦੇਖੋ ਮੇਰਾ ਸਿਰਫ ਕੀ ਦਲਿਤ ਸਮਾਜ ਦੇ ਨਾਲ ਹੋਇਆ ਅਤਿਆਚਾਰ ਦੀ ਗੱਲ ਕਰਨੀ ਚਾਹੀਦੀ ਕਿ ਨਹੀਂ? ਬਿਲਕੁਲ ਕਰਨੀ ਚਾਹੀਦੀ। ਤੇ ਫਿਰ ਇਹਦੇ ਤੋਂ ਫਿਰ ਰੋਕਿਆ ਕਿਉਂ? ਫਿਰ ਜੇ ਮੈਂ ਇਕੱਲਾ ਨਹੀਂ ਤੁਹਾਡੇ ਕੋਲ ਇੱਕ ਕੋਰਟ ਜੇ ਐਸਆਈਟੀ ਤੋਂ ਆਪਾਂ ਸਹਿਮਤ ਨਹੀਂ ਆ ਜਾਂ ਜਾਂਚ ਆਪਾਂ ਨੂੰ ਨਹੀਂ ਹੈਗੀ ਤੇ ਆਪਾਂ ਕੋਰਟ 'ਚ ਜਾ ਕੇ ਸੀਬੀਆਈ ਦੀ ਗੱਲ ਅਰੇ ਬਈ ਕੀ ਗੱਲ, ਆਮ ਆਦਮੀ ਪਾਰਟੀ ਧਰਨੇ ਦੇ ਸਕਦੀ ਹੈ, 2 ਤਰੀਕ ਨੂੰ ਅਕਾਲੀ ਦੇ ਕਰ ਸਕਦੇ ਆ, ਬੀਜੇਪੀ ਕਰਦੀ ਹੈ, ਤਾਂ ਫਿਰ ਕੀ? ਇਹਦਾ ਮਤਲਬ ਉਹਦੀ ਵਜ੍ਹਾ ਉਹ ਕਹਿ ਰਹੇ ਅੱਜ ਦੀ ਡਰ ਤੇ ਖੌਫ ਜਿਹੜਾ ਉਹਨਾਂ ਨੂੰ, ਉਹਦੀ ਵਜ੍ਹਾ ਇਹ ਕਹਿ ਰਿਹਾ ਕਿ ਬੀਜੇਪੀ ਦੇ ਖਿਲਾਫ ਗੁੱਸਾ ਹੈ ਕਿਸਾਨਾਂ ਨੂੰ। ਅਗਰ ਕਿਸਾਨ ਜੇ ਤੁਸੀਂ ਉੱਥੋਂ ਚੱਲਦੇ ਰਸਤੇ 'ਚ ਕਈ ਜਗ੍ਹਾ ਟਕਰਾਅ ਹੋਣਾ ਸੀ, ਖੂਨ ਖਰਾਬਾ ਹੋਣਾ ਸੀ। ਯਾਨੀ ਐਸੀ ਅਗਰ ਬੀਜੇਪੀ ਅਗਰ ਹੱਕ ਸੱਚ ਦੀ ਗੱਲ ਕਰੇ ਤੇ ਉਹਨੂੰ ਦਬਾਉਣ ਦਾ ਬਹਾਨਾ ਬਹੁਤ ਵਧੀਆ ਆ। ਤੇ ਤੁਹਾਡੇ ਮਾਧਿਅਮ ਤੋਂ ਮੈਂ ਸਵਾਲ ਤਾਂ ਸ਼ਾਇਦ ਮੇਰੇ ਕੋਲ ਪੁੱਛਣ ਨਾ ਜਾ, ਤੁਹਾਡੇ ਮਾਧਿਅਮ ਨਾਲ ਪੁੱਛ ਲੈਣਾ ਔਰ ਤੁਸੀਂ ਉਹਦਾ ਜਵਾਬ ਲੈ ਕੇ ਦੇ ਦਿਓ। ਕੀ ਪੰਜਾਬ ਦੇ ਵਿੱਚ ਦਲਿਤ ਰਹਿਣ? ਕੀ ਪੰਜਾਬ 'ਚ ਦਲਿਤ ਛੱਡਣਾ ਚਾਹੁੰਦੇ ਆ? ਸਾਨੂੰ ਦੱਸੋ ਨਾ। ਅਸੀਂ ਕੋਈ ਗੱਲ ਕਰੀਏ ਤੇ ਦੰਗੇ ਹੋ ਜਾਣਗੇ। ਆਪ ਸਾਡੇ ਭਾਵੇਂ ਸਾਡਾ ਖੂਨ ਮਾਹੌਲ ਬਣਿਆ ਲੱਗਦਾ ਨਹੀਂ ਸਾਡੇ ਜਦੋਂ ਬੀਜੇਪੀ ਨੂੰ ਥੋੜਾ ਕੌਸ਼ੀਅਸ ਰਹਿਣਾ ਚਾਹੀਦਾ। ਮੈਂ ਸਿੱਧੀ ਕਹਾਂਗਾ ਕਿ ਅਗਰ ਡਾਕਟਰ ਅੰਬੇਡਕਰ ਜੀ ਦਾ ਅਪਮਾਨ ਹੋਏਗਾ ਤਾਂ ਸਾਡੇ ਅੰਦਰੋਂ ਜਿਹੜੀ ਹੈ ਨਾ, ਅੰਦਰੋਂ ਜਵਾਲਾ ਨਿਕਲਦੀ ਜਿਹੜੀ ਆ, ਉਸ ਦਾ ਤੁਸੀਂ ਅਹਿਸਾਸ ਨਹੀਂ ਕਰਦੇ। ਔਰ ਉਹਨੂੰ ਦੱਸੋ ਕੌਣ ਇਹਦੇ ਪਿੱਛੇ ਜ਼ਿੰਮੇਵਾਰ ਤੁਸੀਂ ਮੰਨਦੇ ਹੋ? ਪੰਜਾਬ ਸਰਕਾਰ। ਦੱਸੋ ਫਿਰ ਅੱਜ ਤੱਕ ਪਰਚਾ ਕਿਉਂ ਨਹੀਂ ਉਹਦੇ ਤੇ ਹੋਇਆ? ਦੱਸੋ ਉਹਦੇ ਤੇ ਕੀ FIR ਦਰਜ ਹੋਈ ਹੈ? ਕੀ ਉਹਦੇ ਤੇ 295 ਲੱਗੀ? ਕੀ ਉਹਦੇ ਤੇ SC ਐਕਟ ਲੱਗਾ? ਕਿਉਂ ਨਹੀਂ ਲੱਗਾ? ਤੁਹਾਡਾ ਕਹਿਣਾ ਕਿ ਸਰਕਾਰ ਸ਼ਹਿਰ ਤੇ ਕਰਾ ਰਹੀ ਹੈ। ਸਿਰਫ ਸਰਕਾਰ ਸਾਨੂੰ ਰੋਕ ਰਹੀ, ਸਾਨੂੰ ਦਬਾ ਰਹੀ, ਸਾਡੇ ਤੇ ਅਤਿਆਚਾਰ ਕਰ ਰਹੀ, ਸਾਡੇ ਬੱਚਿਆਂ ਦੇ ਉੱਤੇ ਸਕਾਲਰਸ਼ਿਪ ਰੋਕ ਰਹੀ। ਜਿਹੜਾ ਮੇਰਾ ਸਵਾਲ ਆ ਉਹਦਾ ਮੈਨੂੰ ਜਵਾਬ ਜ਼ਰੂਰ ਲੈ ਕੇ ਦੇਣਾ ਕਿ ਪੰਜਾਬ ਦਾ SC ਕੀ ਕਰੇ? ਹੁਣ ਰਵੇ, ਛੱਡ ਜਾਵੇ? ਜਿੱਦਾਂ ਕਸ਼ਮੀਰ ਚੋਂ ਹਿੰਦੂ ਕੱਢਤੇ ਸੀ, ਇਦਾਂ ਪੰਜਾਬ ਚੋਂ ਕੱਢਣੇ। ਔਰ ਲਾਅ ਐਂਡ ਆਰਡਰ ਕਿਵੇਂ ਦੇਖਦੇ ਹੋ ਪੰਜਾਬ ਦਾ? ਅਸੀਂ ਦੇਖਿਆ ਤੁਹਾਡੇ ਇਲਾਕੇ 'ਚ ਦਲਿਤ ਬੱਚੀ ਦਾ ਇੱਕ ਰੇਪ ਹੁੰਦਾ, ਉਸ ਤੋਂ ਬਾਅਦ ਉਹਨੂੰ ਮਾਰ ਦਿੱਤਾ ਜਾਂਦਾ। ਚਲੋ ਜਾਤ ਕੋਈ ਵੀ ਹੋਵੇ, ਪਰ ਦੁੱਖ ਸਾਰਿਆਂ ਨੂੰ। ਇਹ ਲੱਗਦਾ ਕਿ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਕਿਤੇ ਨਾ ਕਿਤੇ ਇਹੋ ਜਿਹੀਆਂ ਖਬਰਾਂ ਕਦੀ ਦੇਖੀਆਂ ਨਹੀਂ ਸੀ ਕਿ ਇੱਕ ਛੋਟੀ ਬੱਚੀ ਦਾ ਪੰਜਾਬ 'ਚ ਰੇਪ ਹੋ ਜਾਏ ਔਰ ਇੰਨੀ ਦਰਿੰਦਗੀ ਨਾਲ ਮਾਰ ਦਿੱਤੇ। ਇਹਦੇ ਵਿੱਚ ਲਾਅ ਐਂਡ ਆਰਡਰ ਨੂੰ ਕਿੱਥੇ ਦੇਖਦੇ ਹੋ ਤੁਸੀਂ? ਕੱਲ ਕੈਪਟਨ ਸਾਹਿਬ ਪਟਿਆਲੇ ਗਏ, ਉਹ ਗਏ ਤਾਂ ਗੋਲੀ ਚਲਾਤੀ। ਕੌਣ ਚਲਾਉਂਦਾ? ਉਹਨਾਂ ਦੇ ਘਰ ਕਰਿੰਦੇ ਚਲਾਉਂਦੇ ਨਾ। ਕਿਹਦੀ ਸ਼ਾਹ ਤੇ ਚਲਾਉਂਦੇ ਹੋਣਗੇ? ਕਰਿੰਦਿਆਂ ਨੂੰ ਕਿਹਦੀ ਸ਼ਾਹ ਹੋਏਗੀ? ਤੇ ਸਾਹਮਣੇ ਤੁਹਾਨੂੰ ਸਰਕਾਰ ਸ਼ਰੇਆਮ ਲੋਕਾਂ ਨੂੰ ਜਿਹੜਾ ਕਿਤੇ ਸਰਪੰਚ ਨੂੰ ਮਾਰ ਦਿੰਦੇ ਆ, ਟਰੱਕ ਯੂਨੀਅਨ ਦੇ ਪ੍ਰਧਾਨ ਨੂੰ ਮਾਰ ਦਿੰਦੇ ਆ, ਜਾਂ ਬਾਕੀ ਇੰਨੀਆਂ ਘਟਨਾਵਾਂ ਹੋ ਰਹੀਆਂ, ਬੈਂਕ ਲੁੱਟ ਲਈ ਆ। ਬਿਲਕੁਲ ਬੜੀ ਖਰਾਬ ਹਾਲਤ ਹੈ। ਬਿਲਕੁਲ ਇਹ ਸਾਰੇ ਮੰਨਦੇ ਆ। ਤੁਸੀਂ ਮੰਨ ਗਏ ਨਾ? ਹੁਣ ਦੁਬਾਰਾ ਬਿਲਕੁਲ ਮੰਨਦੇ ਆ ਜੀ। ਕਿਸਾਨ ਦੀ ਗੱਲ ਕਰ ਲੈਂਦੇ ਆ। ਹੁਣ ਕਿਸਾਨ ਦੀ ਹਾਲਤ ਇੱਕ ਇਹੋ ਜਿਹੇ ਮਰੀਜ਼ ਵਰਗੀ ਹੈ ਕਿ 5-5 6-6 ਡਾਕਟਰ ਘੁੰਮ ਰਹੇ ਆ ਕਿ ਮੈਂ ਟੀਕਾ ਲਾਣਾ, ਇਹਨੂੰ ਕਿਸਾਨ ਲਵਾਉਣਾ ਨਹੀਂ ਚਾਹ ਰਿਹਾ। ਤੁਸੀਂ ਇੱਕ ਕਿਸਾਨ ਬਿੱਲ ਲੈ ਕੇ, ਖੇਤੀਬਾੜੀ ਬਿੱਲ ਲੈ ਕੇ ਆਏ ਹੋ। ਤੁਹਾਡਾ ਦਾਅਵਾ ਹੈ ਕਿ ਉਹਦੇ ਨਾਲ ਕਿਸਾਨ ਜਿਹੜਾ ਉਹਦੀ ਜ਼ਿੰਦਗੀ ਵਿੱਚ ਸੁਧਾਰ ਹੋਊਗਾ, ਲੇਕਿਨ ਕਿਸਾਨ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਕੀ ਵਜ੍ਹਾ ਕੀ ਮੰਨਦੇ ਹੋ ਇਸ ਨੂੰ? ਦੇਖੋ ਮੈਂ ਤਾਂ ਇਹਦੀ ਕਹਾਣੀ ਕਈ ਵਾਰੀ ਦੱਸਦਾ ਕਿ ਵੀ ਜਦੋਂ ਭਾਖੜਾ ਡੈਮ ਵੀ ਬਣਾਇਆ ਸੀ ਨਾ, ਉਸ ਵੇਲੇ ਕਾਂਗਰਸ ਦੀ ਸਰਕਾਰ ਸੀ। ਇਹ ਕਮਿਊਨਿਸਟ ਵਾਲੇ ਹੀ ਉਸ ਵੇਲੇ ਪ੍ਰਚਾਰ ਕਰਦੇ ਸੀ ਜਿਹੜਾ ਪਾਣੀ ਦੇਣਾ ਹੈ ਨਾ, ਇਹ 'ਚੋਂ ਬਿਜਲੀ ਕੱਢ ਲੈਣੀ, ਇਹਦੀ ਤਾਕਤ ਨਿਕਲ ਗਈ, ਖਰਾਬ ਹੋ ਗਿਆ। 10 ਸਾਲ ਰਾਜਨੀਤੀ ਉਹਨਾਂ ਨੇ ਇਦਾਂ ਦੀ ਗੁੰਮਰਾਹ ਕੀਤਾ। ਪਰ ਜੇ ਅੱਜ ਤੁਸੀਂ ਕਹੋ ਤਾਂ ਤੁਹਾਨੂੰ ਮਜ਼ਾਕ ਲੱਗੇਗਾ। ਉਸ ਵੇਲੇ ਕਿਸਾਨ ਨਹੀਂ ਸੀ ਚਾਹੁੰਦਾ ਭਾਖੜਾ ਡੈਮ ਬਣੇ।
ਪਰ ਸਾਰਿਆਂ ਨੇ ਬਣਾਇਆ, ਸਮਰਥਨ ਵੀ ਕੀਤਾ ਸੀ ਵੀ ਕਿ ਸਾਨੂੰ ਉਸ ਵੇਲੇ ਸਮਰਥਨ ਕਰੋਗੇ ਤਾਂ ਤੁਸੀਂ ਕਹੋਗੇ ਤੂੰ ਕਿਸਾਨ ਟਰਸਟ ਕਿਉਂ ਨਹੀਂ ਕਰ ਰਿਹਾ ਬੀਜੇਪੀ ਮੈਂ ਤੇ? ਟਰਸਟ ਜਿਹੜਾ ਹੈ ਟਰਸਟ ਕਰਨ ਨਹੀਂ ਦਿੱਤਾ ਜਾ ਰਿਹਾ। ਜਿਹੜੇ ਵਿੱਚ ਕਹਿੰਦੇ ਹੁੰਦੇ ਆ ਕਿ ਕਹਾਵਤ ਹੈ ਕਿ ਵੀ ਜਿਹੜੇ ਬਾਕੀ ਤਾਂ ਰਹਿ ਲੈਂਦੇ ਆ, ਜਿਹੜੀਆਂ ਛੁਰਲੀਆਂ ਹੁੰਦੀਆਂ ਉਹ ਵਿੱਚ ਰਹਿਣ ਨਹੀਂ ਦਿੰਦੀਆਂ ਹੁੰਦੀਆਂ। ਕਹਾਵਤ ਤਾਂ ਹੋਰ ਹੈ, ਪਰ ਮੈਂ ਉਹ ਕਹਿਣੀ ਨਹੀਂ ਚਾਹਾਂਗਾ। ਪਰ ਜਿਹੜੀ ਲੋਕ ਉਹਨਾਂ ਨੂੰ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਭੜਕਾ ਰਹੀਆਂ। ਬਾਕੀ ਮੈਂ ਤਾਂ ਤੁਹਾਡੇ ਮਾਧਿਅਮ ਨਾਲ ਸਿੱਧੀ ਗੱਲ ਕਿਸਾਨ ਵੀਰਾਂ ਨੂੰ ਕਹਾਂਗਾ, ਕਿਸਾਨ ਵੀਰ ਸਾਡੇ ਅੰਨਦਾਤਾ ਨੇ, ਸਾਡੇ ਰਹਿਬਰ ਨੇ, ਸਾਡੇ ਹਿੰਦੁਸਤਾਨ ਦੀ ਰੀੜ੍ਹ ਦੀ ਹੱਡੀ ਨੇ। ਪੰਜਾਬ ਦਾ ਜਿਹੜਾ ਯੋਗਦਾਨ ਹੈ ਬਹੁਤ ਵੱਡਾ ਹੈ। ਉਹਨਾਂ ਨੂੰ ਕਿਤੇ ਕੋਈ ਦੋਸ਼ ਲੱਗਦਾ ਹੈ, ਮੈਂ ਕਹਿੰਦਾ ਕਿ ਸਾਡੇ ਨਾਲ ਗੱਲ ਤਾਂ ਕਰਨ ਤੁਹਾਡੇ ਮਾਧਿਅਮ ਉਹ ਸਿੱਧੀ। ਲੇਕਿਨ ਗੱਲ ਕਰਨ ਵਿਚਾਰੇ ਦਿੱਲੀ ਗਏ ਸੀ, ਉਹਨਾਂ ਨੂੰ ਗੱਲ ਹੀ ਨਹੀਂ ਕੀਤੀ ਕਿਸੇ ਨੇ। ਮੈਂ ਤਾਂ ਕਹਿੰਦਾ ਕਿ ਤੁਸੀਂ ਦੱਸੋ ਨਾ ਕਿ ਅਸੀਂ ਮਧਿਅਸਥਤਾ ਕਰ ਲੈਂਦੇ ਆ। ਦੱਸੋ ਸਹੀ, ਤੁਸੀਂ ਦੱਸੋ ਕੀ ਵਿੱਚ ਨੁਕਸ ਤਾਂ ਦੱਸੋ ਨਾ। ਪਹਿਲਾਂ ਦੱਸੋ ਜਿਹੜੇ ਪ੍ਰੋਟੈਸਟ ਕਰ ਰਹੇ, ਜਿਹੜੇ ਲੋਕ ਸੜਕਾਂ ਤੇ ਬੈਠੇ ਜਾਂ ਟਰੈਕਸ ਤੇ ਬੈਠੇ ਆ, ਉਹ ਲੋਕ ਕੌਣ ਨੇ? ਉਹ ਵਿਚੌਲੀਏ ਨੇ ਜਾਂ ਕਿਸਾਨ ਨੇ? ਦੇਖੋ ਗੱਲ ਇਦਾਂ ਆ, ਕਿਸਾਨ ਜਿਹੜੇ ਆ ਪ੍ਰੋਟੈਸਟ ਕਰ ਰਹੇ ਸ਼ਾਂਤਮਈ। ਜਿਹੜੇ ਦੰਗੇ ਕਰ ਰਹੇ, ਕੋਈ ਵਿੱਚ ਹੁੱਲੜਬਾਜੀ ਕਰ ਰਹੇ, ਕਿਸੇ ਨੂੰ ਲੰਘਣ ਨਹੀਂ ਦੇਣਾ, ਇਹ ਕਿਸਾਨ। ਮੈਂ ਦੇਖੋ ਤਰਨਤਾਰਨ ਗਿਆ, ਮੈਂ ਉੱਥੇ ਬੈਠਾ ਕਿਸਾਨ ਯੂਨੀਅਨ 'ਚ ਬੈਠਾ, ਉਹਨਾਂ ਨਾਲ ਗੱਲ ਕੀਤੀ। ਉਹਨਾਂ ਨੇ ਬਕਾਇਦਾ ਮੇਰਾ ਮਾਨ ਸਨਮਾਨ ਕੀਤਾ ਪੂਰਾ ਕਿ ਠੀਕ ਹੈ ਤੁਹਾਨੂੰ ਕੋਈ ਨਹੀਂ ਰੋਕਦਾ, ਜਾਓ ਜੀ ਜਾਓ। ਬੈਠ ਕੇ ਗੱਲ ਵੀ ਹੋਈ। ਪਰ ਜਦੋਂ ਮੈਂ ਉਹ ਤੋਂ ਖੜਾ ਹੋ ਕੇ ਜਾਣ ਦੀ ਲੱਗਾ ਤੇ ਮੋਰੇ ਜਿਹੜੇ ਦੂਸਰੇ ਦੰਗਾਈ ਸੀ, ਜਿਨ੍ਹਾਂ ਕੋਲ ਸ਼ਾਇਦ ਜ਼ਮੀਨ ਵੀ ਨਹੀਂ ਹੋਣਗੇ, ਕਿਸਾਨ ਵੀ ਨਹੀਂ ਹੋਣਗੇ, ਔਰ ਕਿਸਾਨ ਯੂਨੀਅਨ ਬਾਰ-ਬਾਰ ਇਹ ਕਹਿ ਰਹੀ ਸੀ, ਤੁਹਾਡੇ ਤੇ ਮੀਡੀਆ ਦੇ ਲੋਕ ਬਹੁਤ ਸੀ ਉੱਥੇ, ਬਾਰ-ਬਾਰ ਕਹਿ ਰਹੇ ਸੀ ਕਿ ਸਾਡਾ ਕਿਸਾਨ ਯੂਨੀਅਨ ਦਾ ਵਿਅਕਤੀ ਕੋਈ ਰਸਤੇ 'ਚ ਨਹੀਂ ਆਏਗਾ। ਪਰ ਫਿਰ ਰਸਤਾ ਰੋਕਿਆ ਜਾ ਰਿਹਾ ਸੀ ਤੇ ਉਹ ਕਿਸਾਨ ਨਹੀਂ ਹੋ ਸਕਦੇ। ਜੇ ਕਿਸਾਨ ਯੂਨੀਅਨ ਕਹਿ ਰਹੀ ਹੈ ਕਿ ਜਾਣ ਦਿਓ ਤੇ ਫਿਰ ਰੋਕ ਰਿਹਾ, ਤੇ ਉਹਦਾ ਮਤਲਬ ਤੁਸੀਂ ਹੁਣ ਮੇਰਾ ਘਰ ਘੇਰਨਾ ਹੈ। ਮੇਰੇ ਘਰ ਮੋਰੇ ਆਏ, ਮੈਂ ਉਹਨਾਂ ਨੂੰ ਕਿਹਾ ਕਿ ਦੱਸੋ ਮੈਂ ਕੀ ਕਰ ਸਕਦਾ, ਕੀ ਕਰਾਂ ਤੁਹਾਡੇ ਲਈ। ਕਹਿੰਦੇ ਤੇਰੇ ਨਾਲ ਗੱਲ ਹੀ ਨਹੀਂ ਕਰਨੀ। ਮੈਂ ਕਿਹਾ ਜਾਂ ਤਾਂ ਮੈਨੂੰ ਸੁਣਾ ਦਿਓ, ਮੈਂ ਤੁਹਾਡੀ ਗੱਲ ਸਮਝਣ ਨੂੰ, ਜੇ ਮੈਨੂੰ ਸਮਝਾ ਦਿਓਗੇ ਮੈਂ ਦਿੱਲੀ ਜਾ ਕੇ ਗੱਲ ਤੁਹਾਡੀ ਸਮਝਾਉਣ ਨੂੰ ਤਿਆਰ ਬੈਠਾ। ਆਖਰ ਮੈਂ ਪੂਰਵ ਕੇਂਦਰੀ ਮੰਤਰੀ ਰਹਾ, ਦੋ ਚਾਰ ਲੋਕ ਸੁਣਦੇ ਵੀ ਹੋਣਗੇ ਨਾ ਸਾਡੀ। ਸਾਨੂੰ ਹੁਣ ਜੇ ਅਸੀਂ ਦਿੱਲੀ ਜਾ ਕੇ ਕਹੀਏ ਕਿ ਮੈਂ ਮੰਨ ਲਓ ਮੈਂ ਜਾਣਾ ਹੈ, ਤਾਂ ਮੈਂ ਕੀ ਕਹਾਂ? ਮੇਰੇ ਕਿਸਾਨ ਆਏ ਸੀ, ਕਹਿੰਦੇ ਤੇਰੇ ਨਾਲ ਗੱਲ ਨਹੀਂ ਕਰਨੀ, ਤੈਨੂੰ ਸੁਣਾਉਣਾ ਹੀ ਨਹੀਂ ਕੁਛ। ਮੈਂ ਕਿਹਾ ਫਿਰ ਸਾਡੀ ਸੁਣ ਲਓ, ਉਹ ਵੀ ਨਹੀਂ ਸੁਣਨੀ। ਔਰ ਉਹਨਾਂ ਦੇ ਜਿਹੜੇ ਮੋਸਟਲੀ ਆਦਮੀ ਸੀ, ਮੰਨ ਲਓ 4-5 ਜਿਹੜੇ ਕਿਸਾਨ ਯੂਨੀਅਨ ਦੇ ਪ੍ਰਧਾਨ ਸੀ, ਉਹਨਾਂ ਨੂੰ ਮੈਂ ਜਾਣਦਾ, ਪਰ ਵਿੱਚ ਜਿੰਨੇ ਵੀ ਉਹ ਲਾਲ ਝੰਡੇ ਵਾਲੇ ਸੀ, ਉਹਨਾਂ ਕੋਲ ਕਿਸੇ ਕੋਲ ਮਰਲਾ ਜ਼ਮੀਨ ਵੀ ਨਹੀਂ ਸੀਗੀ। ਆਖਰੀ ਸਵਾਲ ਕਿ ਬੀਜੇਪੀ ਜਿਹੜੀ ਹੈ ਕਿਸਾਨਾਂ ਨੂੰ ਮਨਾ ਪਾਏਗੀ, ਔਰ ਕਿਸਾਨਾਂ ਨੂੰ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ? ਦੇਖੋ ਮੈਂ ਤਾਂ ਕਿਸਾਨ ਵੀਰਾਂ ਨੂੰ ਇਹ ਮੈਸੇਜ ਜ਼ਰੂਰ ਦਵਾਂਗਾ ਕਿ ਵੀ ਅਸੀਂ ਗੱਲਬਾਤ ਦੇ ਉੱਤੇ ਆਈਏ। ਜਿੰਨਾ ਚਿਰ ਗੱਲਬਾਤ ਨਹੀਂ ਕਰਾਂਗੇ ਉਨਾ ਚਿਰ ਹੱਲ ਨਹੀਂ ਹੋਏਗਾ। ਸੋ ਉਹਦੇ ਲਈ ਤੁਸੀਂ ਆਪਾਂ ਗੱਲਬਾਤ ਜ਼ਰੂਰ ਸ਼ੁਰੂ ਕਰਨੀ ਚਾਹੀਦੀ ਆ। ਅਸੀਂ ਇਹ ਕਹਿੰਦੇ ਆ ਕਿ ਵੀ ਅਸੀਂ ਭਾਵੇਂ ਕਹਿੰਦੇ ਆ ਕਿ ਅਸੀਂ ਕਹਿ ਰਹੇ ਹਾਂ ਕਿ ਅੱਜ ਵੀ ਕਹਿ ਰਹੇ ਹਾਂ ਕਿ ਸਾਡੇ ਐਕਟ ਠੀਕ ਹੈ। ਮੰਨ ਲਓ ਅਸੀਂ ਤੁਹਾਨੂੰ ਕਨਵਿੰਸ ਨਹੀਂ ਕਰ ਪਾ ਰਹੇ ਤੇ ਤੁਸੀਂ ਆਪਣੀ ਗੱਲ ਕਨਵਿੰਸ ਕਰ ਲਓ। ਜੇ ਤੁਹਾਡੀ ਗੱਲ ਦੇ ਵਿੱਚ ਕੋਈ ਦਮਸ਼ਮ ਹੋ ਗਿਆ ਤਾਂ ਅਸੀਂ ਤੁਹਾਨੂੰ ਨਾਲ ਲੈ ਕੇ ਖੁਦ ਆਪ ਜਾਂਦੇ ਆ ਨਾ। ਅਸੀਂ ਆਪ ਜਾ ਕੇ ਕਿਸਾਨ ਕੇਂਦਰ ਦੀ ਗੱਲ ਕਰਦੇ ਹਾਂ। ਪੂਰੀ ਪੰਜਾਬ ਦੀ ਬੀਜੇਪੀ ਦੀ ਟੀਮ ਜਾਏਗੀ ਕਿ ਆਹ ਲੋਕ ਕਿਸਾਨਾਂ ਦੀ ਡਿਮਾਂਡ ਹੈ, ਜਾਇਜ਼ ਟਾਈਮ ਡਿਮਾਂਡ ਹੈ, ਤੇ ਕਿਉਂ ਨਹੀਂ ਕਰਾਂਗੇ ਅਸੀਂ? ਜੇ ਅਸੀਂ ਪਾਣੀਆਂ ਦੀ ਗੱਲ ਕਰ ਸਕਦੇ ਹਾਂ ਤੇ ਕਿਸਾਨਾਂ ਦੇ ਹਿੱਤਾਂ ਦੀ ਗੱਲ ਬਾਕੀ ਵੀ ਕਰਾਂਗੇ ਨਾ। ਸਾਨੂੰ ਸਾਡਾ ਫਰਜ਼ ਪਤਾ ਹੈ ਔਰ ਸਾਡੇ ਲਈ ਪੰਜਾਬ ਪ੍ਰਾਇੋਰਟੀ ਤੇ ਹੈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਉਮੀਦ ਕਰਦੇ ਆ ਕਿ ਇਹਨਾਂ ਦੀ ਪਹਿਲ ਦੇ ਨਾਲ ਕਿਸਾਨ ਜਿਹੜੇ ਲਗਾਤਾਰ ਪ੍ਰੋਟੈਸਟ ਕਰ ਰਹੇ ਆ, ਸੜਕਾਂ ਤੇ ਬੈਠੇ ਆ, ਸ਼ਾਇਦ ਉਹ ਇਹਨਾਂ ਦੀ ਗੱਲ ਸੁਣਨਗੇ ਔਰ ਕੇਂਦਰ ਜਿਹੜਾ ਉਹ ਵੀ ਗੱਲਬਾਤ ਕਰਕੇ ਕੋਈ ਇਹਦਾ ਹੱਲ ਕੱਢਣ 'ਚ ਕਾਮਯਾਬ ਹੋਵੇਗਾ।